ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੱਜ ਦੀ ਪੰਜਾਬੀ ਨਾਲੋਂ ਭਿੰਨ ਹੈ। ਇਹ ਰਚਨਾ 12ਵੀਂ ਸਦੀ ਤੋਂ ਲੈ ਕੇ 1675 ਈਸਵੀ ਭਾਵ 17ਵੀਂ ਸਦੀ ਤੱਕ ਦੀ ਰਚਨਾ ਹੈ। ਇਸ ਸਮੇਂ ਵੱਖ-ਵੱਖ ਭਾਸ਼ਾਵਾਂ ਜਿਵੇਂ ਪ੍ਰਚਲਿਤ ਸਨ, ਉਹਨਾਂ ਦੀ ਵਰਤੋਂ ਗੁਰਬਾਣੀ ਰਚਨਾ ਵਿੱਚ ਕੀਤੀ ਗਈ। ਉਸ ਸਮੇਂ ਜੋ ਲਿਖਣ ਢੰਗ ਸੀ ਉਸ ਨੂੰ ਅਪਣਾਇਆ ਗਿਆ। ਸ਼ਬਦ ਰਚਨਾ ਕਰਨ ਸਮੇਂ, ਵਾਕਾਂ ਨੂੰ ਲਿਖਣ ਸਮੇਂ ਸ਼ਬਦਾਂ ਦੇ ਵਿਚਕਾਰ ਕੋਈ ਦੋ ਸ਼ਬਦਾਂ ਦੇ ਵਿਚਕਾਰ ਕੋਈ ਗੈਪ ਨਹੀਂ ਰੱਖਿਆ ਗਿਆ। ਬਾਣੀ ਨਾਲ ਨਾਲ ਲਿਖੀ ਗਈ। ਇਹ ਇੱਕ ਅਨਮੋਲ ਖਜ਼ਾਨਾ ਹੈ। ਅਨੇਕਾਂ ਭਾਸ਼ਾਵਾਂ ਗੁਰਬਾਣੀ ਵਿੱਚ ਮਿਲਦੀਆਂ ਹਨ। ਆਮ ਪਾਠਕ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੁਰਬਾਣੀ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਹੈ, ਪਰ ਅਜਿਹਾ ਨਹੀਂ ਹੈ। ਸਾਰੀ ਦੀ ਸਾਰੀ ਬਾਣੀ ਕਿਸੇ ਇੱਕ ਭਾਸ਼ਾ ਵਿੱਚ ਨਹੀਂ, ਨਾ ਸਾਰੀ ਸੰਸਕ੍ਰਿਤ ਵਿੱਚ, ਨਾ ਸਾਰੀ ਅਰਬੀ ਫਾਰਸੀ ਵਿੱਚ, ਨਾ ਸਾਰੀ ਪੰਜਾਬੀ ਵਿੱਚ ਹੈ। ਹਾਂ, ਇਹ ਜ਼ਰੂਰ ਹੈ ਕਿ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਨੂੰ ਅਪਣਾਇਆ ਗਿਆ ਹੈ। ਜਿਹੜੇ ਵੀ ਸ਼ਬਦ ਜੋੜ ਕਿਸੇ ਭਾਸ਼ਾ ਵਿੱਚੋਂ ਆਏ, ਉਹਨਾਂ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ। ਗੁਰਮੁਖੀ ਲਿਪੀ ਵਿੱਚ ਲਿਖਣ ਤੋਂ ਭਾਵ ਇਹ ਨਹੀਂ ਕਿ ਰਚਨਾ ਪੰਜਾਬੀ ਭਾਸ਼ਾ ਵਿੱਚ ਹੋ ਗਈ। ਕਿਸੇ ਵੀ ਭਾਸ਼ਾ ਨੂੰ ਜਦੋਂ ਟ੍ਰਾਂਸਲਿਟਰੇਟ ਕੀਤਾ ਜਾਂਦਾ ਹੈ, ਕਿਸੇ ਭਾਸ਼ਾ ਨੂੰ ਜਦੋਂ ਹੋਰ ਕਿਸੇ ਭਾਸ਼ਾ ਵਿੱਚ ਬਦਲ ਕੇ ਲਿਖਿਆ ਜਾਂਦਾ ਹੈ, ਤਾਂ ਮੌਲਿਕ ਜੋ ਭਾਸ਼ਾ ਹੈ ਉਹ ਬਦਲਦੀ ਨਹੀਂ, ਉਹ ਹੀ ਰਹਿੰਦੀ ਹੈ। ਜਿਵੇਂ ਅੰਗਰੇਜ਼ੀ ਦਾ ਕੋਈ ਵਾਕ ਹੋਵੇ, he is going to school। ਅੰਗਰੇਜ਼ੀ ਦਾ ਵਾਕ ਹੈ, ਇਸ ਨੂੰ ਪੰਜਾਬੀ ਭਾਸ਼ਾ ਵਿੱਚ, ਪੰਜਾਬੀ ਭਾਸ਼ਾ ਦੇ ਅੱਖਰਾਂ ਵਿੱਚ ਆਪਾਂ ਟ੍ਰਾਂਸਲੇਟ ਕਰਕੇ ਲਿਖ ਸਕਦੇ ਹਾਂ। ਹਾਹੇ ਨੂੰ ਵਿਆਰੀ ਹੀ ਪਾ ਸਕਦੇ ਹਾਂ, ਈਜ਼ ਪਾ ਸਕਦੇ ਹਾਂ, ਜਿਹਨੂੰ ਸਿਆਰੀ ਡੇਜੇ ਪੈਰ ਬਿੰਦੀ, ਗੋਇੰਗ ਲਿਖ ਸਕਦੇ ਹਾਂ, ਟੂ ਲਿਖ ਸਕਦੇ ਹਾਂ ਪੰਜਾਬੀ ਅੱਖਰਾਂ ਵਿੱਚ। ਅਤੇ ਇਸ ਸੈਂਟੈਂਸ ਨੂੰ ਪੰਜਾਬੀ ਪੜ੍ਹਿਆ ਹੋਇਆ ਬੜੇ ਆਰਾਮ ਨਾਲ ਪੜ੍ਹ ਵੀ ਲਏਗਾ, ਹੀ ਇਜ਼ ਗੋਇੰਗ ਟੂ ਸਕੂਲ। ਪਰ ਜੇ ਉਹ ਅੰਗਰੇਜ਼ੀ ਨਹੀਂ ਪੜ੍ਹਿਆ ਹੋਇਆ ਤਾਂ ਉਹ ਸਮਝੇਗਾ ਕਿ ਇਹ ਪੰਜਾਬੀ ਭਾਸ਼ਾ ਹੀ ਹੈ। ਭਾਵੇਂ ਇਸ ਦੇ ਅਰਥ ਉਸ ਨੂੰ ਨਾ ਪਤਾ ਹੋਣ, ਫਿਰ ਵੀ ਉਹ ਇਹ ਕਹੇਗਾ ਕਿ ਪੰਜਾਬੀ ਭਾਸ਼ਾ ਹੀ ਹੈ। ਪਰ ਪੰਜਾਬੀ ਭਾਸ਼ਾ ਨਹੀਂ, ਪੰਜਾਬੀ ਦੇ ਅੱਖਰਾਂ ਵਿੱਚ ਜਾਂ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਅੰਗਰੇਜ਼ੀ ਭਾਸ਼ਾ ਦਾ ਇੱਕ ਵਾਕ ਹੈ। ਇਸੇ ਤਰ੍ਹਾਂ ਹੀ ਕੋਈ ਹੋਰ ਭਾਸ਼ਾ ਲੈ ਲਓ, ਸਪੈਨਿਸ਼ ਭਾਸ਼ਾ ਹੈ। donde está su madre y padre, ਇਸ ਨੂੰ ਵੀ ਪੰਜਾਬੀ ਦੇ ਅੱਖਰਾਂ ਵਿੱਚ ਆਪਾਂ ਲਿਖ ਸਕਦੇ ਹਾਂ, donde está su padre y madre। ਇਸ ਦਾ ਮਤਲਬ ਹੈ ਤੁਹਾਡੇ ਮਾਤਾ ਅਤੇ ਪਿਤਾ ਕਿੱਥੇ ਹਨ। ਇਸ ਦੀ ਪੰਜਾਬੀ ਹੈ, ਮੀਨਿੰਗ ਹੈ ਇਸ ਦਾ। ਇਸ ਸੈਂਟੈਂਸ ਨੂੰ ਜੋ ਪੰਜਾਬੀ ਵਿੱਚ ਲਿਖ ਵੀ ਦਿੱਤਾ ਜਾਏ ਗੁਰਮੁਖੀ ਲਿਪੀ ਵਿੱਚ, ਤਾਂ ਗੁਰਮੁਖੀ ਪੜ੍ਹਿਆ ਹੋਇਆ ਇਸ ਨੂੰ
ਜ਼ਰੂਰ ਪੜ੍ਹ ਲਏਗਾ। ਦੋਂਦੇ ਏਸਤਾ ਸੂ ਮਾਦਰੇ ਹੀ ਪਾਦਰੇ, ਪੜ੍ਹ ਲਏਗਾ। ਦੋਂਦੇ ਏਸਤਾ ਸੂ ਪਾਦਰੇ ਹੀ ਮਾਦਰੇ, ਪੜ੍ਹ ਲਏਗਾ। ਪਰ ਪੜ੍ਹਨ ਤੋਂ ਬਾਅਦ ਉਸਨੂੰ ਸਮਝ ਨਹੀਂ ਲੱਗੇਗੀ ਕਿ ਉਸਨੇ ਕੀ ਪੜ੍ਹਿਆ ਹੈ। ਇਹ ਉਸਨੂੰ ਖੁਸ਼ੀ ਜ਼ਰੂਰ ਹੋਏਗੀ ਕਿ ਉਸਨੇ ਇਹ ਪੜ੍ਹ ਲਿਆ ਹੈ। ਪੜ੍ਹਨ ਦੀ ਖੁਸ਼ੀ ਹੈ, ਲੇਕਿਨ ਸਮਝ ਦੀ ਖੁਸ਼ੀ ਨਹੀਂ, ਕਿਉਂਕਿ ਸਮਝ ਨਹੀਂ ਹੈ। ਜੋ ਸਪੈਨਿਸ਼ ਨਹੀਂ ਪੜ੍ਹਿਆ ਹੋਇਆ ਤਾਂ ਇਸ ਦਾ ਅਰਥ ਉਸਨੂੰ ਪਤਾ ਨਹੀਂ ਲੱਗੇਗਾ, ਭਾਵੇਂ ਉਸਨੂੰ ਪਾਠ ਕਰ ਹੀ ਲਿਆ ਹੈ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਸਾਰੇ ਸੈਂਟੈਂਸ, ਬਹੁਤ ਸਾਰੇ ਸ਼ਬਦ ਜੋੜ ਪੰਜਾਬੀ ਭਾਸ਼ਾ ਤੋਂ ਬਿਨਾਂ ਹੋਰ ਭਾਸ਼ਾਵਾਂ ਦੇ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ ਅਰੈਬਿਕ, ਪਰਸ਼ੀਅਨ ਐਂਡ ਸੰਸਕ੍ਰਿਤ। ਇਹਨਾਂ ਭਾਸ਼ਾਵਾਂ ਦੇ ਜੋ ਸ਼ਬਦ ਹਨ ਉਹ ਉਚਾਰਨ ਵਿੱਚ ਪ੍ਰਭਾਵ ਪਾਉਂਦੇ ਹਨ ਅਤੇ ਅਰਥਾਂ ਨੂੰ ਸਮਝਣ ਵਿੱਚ ਸਹਾਇਕ ਹਨ। ਸ਼ਰਤ ਇਹ ਹੈ ਕਿ ਪਾਠ ਕਰਨ ਵਾਲੇ ਨੂੰ ਉਹਨਾਂ ਦਾ ਗਿਆਨ ਹੋਵੇ, ਉਹਨਾਂ ਸ਼ਬਦਾਂ ਦੇ ਰੂਪ ਪਤਾ ਹੋਣ, ਧਾਤੂ ਪਤਾ ਹੋਣ ਕਿੱਥੋਂ ਨਿਕਲੇ ਹਨ, ਤਾਂ ਆਸਾਨ ਹੋ ਜਾਂਦਾ ਹੈ ਪਾਠ ਕਰਨਾ ਅਤੇ ਅਰਥ ਸਮਝਣੇ। ਸੋ ਇਹਨਾਂ ਗੱਲਾਂ ਨੂੰ ਵਿਚਾਰਦੇ ਹੋਏ, ਗੁਰਬਾਣੀ ਦੇ ਲਿਖਣ ਢੰਗ ਨੂੰ ਵਿਚਾਰਦੇ ਹੋਏ, ਲਿਖਣ ਢੰਗ ਤੋਂ ਭਾਵ ਹੈ ਅੱਜ ਕੱਲ੍ਹ ਦੀ ਪੰਜਾਬੀ ਜਿਸ ਢੰਗ ਨਾਲ ਲਿਖੀ ਜਾਂਦੀ ਹੈ ਉਸ ਢੰਗ ਨਾਲ ਗੁਰਬਾਣੀ ਨਹੀਂ ਲਿਖੀ ਗਈ। ਅੱਜ ਕੱਲ੍ਹ ਅਸੀਂ ਮਨ ਸ਼ਬਦ ਹੈ, ਮੰਮਾ ਨੰਨਾ ਪਾ ਕੇ ਹੀ ਲਿਖਦੇ ਹਾਂ। ਮਾਈਂਡ, ਮਨ ਦਾ, ਮਨ ਦੀ, ਮਨ ਵਿੱਚ, ਮਨ ਨਾਲ। ਇਹ ਜੋ ਨਾਲ, ਵਿੱਚ, ਦੀ, ਦਾ, ਇਹ ਸਾਰੇ ਸੰਬੰਧਕ ਅੱਜ ਕੱਲ੍ਹ ਪੰਜਾਬੀ ਵਿੱਚ ਸਪਸ਼ਟ ਤੌਰ 'ਤੇ ਵਰਤੇ ਜਾ ਰਹੇ ਹਨ। ਪੁਰਾਤਨ ਭਾਸ਼ਾ ਜਾਣੀ ਗੁਰਬਾਣੀ ਵਿੱਚ ਇਹ ਪ੍ਰਤੱਖ ਤੌਰ 'ਤੇ ਵਰਤੇ ਵੀ ਗਏ ਹਨ ਅਤੇ ਗੁਪਤ ਰੂਪ ਵਿੱਚ ਵੀ ਹਨ। ਇਹਨਾਂ ਗੁਪਤ ਰੂਪ ਵਿੱਚ ਜੋ ਇਹਨਾਂ ਦਾ ਵਿਹਾਰ ਹੈ, ਗੁਪਤ ਰੂਪ ਵਿੱਚ ਉਹਨਾਂ ਦੀ ਵਰਤੋਂ ਹੈ, ਉਹ ਕਾਰਕੀ ਚਿੰਨ੍ਹਾਂ ਤੋਂ ਲਈ ਗਈ ਹੈ। ਕਾਰਕ ਪੰਜਾਬੀ ਭਾਸ਼ਾ ਵਿੱਚ, ਹਿੰਦੀ ਭਾਸ਼ਾ ਵਿੱਚ ਵੀ 8 ਹੁੰਦੇ ਹਨ। ਕਰਤਾ, ਕਰਮ, ਕਾਰਨ, ਸੰਪਰਦਾਨ, ਅਪਾਦਾਨ, ਸੰਬੰਧ, ਅਧਿਕਰਨ, ਸੰਬੋਧਨ, ਨੋਮੀਨੇਟਿਵ, ਐਕੂਜ਼ੇਟਿਵ, ਇੰਸਟਰੂਮੈਂਟਲ ਆਦਿ ਕੇ 8 ਕਾਰਕ ਹਨ, ਜਿਨ੍ਹਾਂ ਦੇ ਚਿੰਨ੍ਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦਾਂ ਨਾਲ ਵਰਤੇ ਗਏ ਹਨ। ਇਸ ਕਰਕੇ ਮਨ ਸ਼ਬਦ ਜਿਹੜਾ ਹੈ ਇਹ ਕਈ ਰੂਪਾਂ ਵਿੱਚ ਲਿਖਿਆ ਮਿਲਦਾ ਹੈ। ਨੰਨੇ ਨੂੰ ਸਿਹਾਰੀ ਨਾਲ ਵੀ ਮਿਲਦਾ ਹੈ, ਨੰਨੇ ਨੂੰ ਔਂਕੜ ਨਾਲ ਵੀ ਮਿਲਦਾ ਹੈ, ਨੰਨਾ ਮੁਕਤਾ ਵੀ ਮਿਲਦਾ ਹੈ, ਹੋਰ ਵੀ ਇਸ ਦੇ ਕਈ ਰੂਪ ਹਨ। ਇਸੇ ਤਰ੍ਹਾਂ ਹੀ ਬਾਕੀ ਸ਼ਬਦ ਹਨ। ਗੁਰ ਸ਼ਬਦ ਰਾਰਾ ਮੁਕਤਾ ਨਾਲ ਵੀ ਹੈ, ਗੁਰ ਸ਼ਬਦ ਰਾਰਾ ਔਂਕੜ ਨਾਲ ਵੀ ਹੈ, ਗੁਰ ਸ਼ਬਦ ਰਾਰਾ ਸਿਹਾਰੀ ਨਾਲ ਵੀ ਹੈ। ਸੋ ਇਸ ਤਰ੍ਹਾਂ ਇਸ ਵਰਤਾਰੇ ਨੂੰ ਅੱਜ ਕੱਲ੍ਹ ਦੀ ਵਿਆਕਰਨ ਨਹੀਂ ਸਮਝਾ ਸਕਦੀ। ਇਸ ਵਰਤਾਰੇ ਨੂੰ ਪੁਰਾਤਨ ਗੁਰਬਾਣੀ ਵਿਆਕਰਨ, ਗੁਰਬਾਣੀ ਦੇ ਵਿੱਚੋਂ ਹੀ ਖੋਜ ਕੇ ਬਣਾਈ ਗਈ ਵਿਆਕਰਨ ਸਹਾਇਤਾ ਕਰ ਸਕਦੀ ਹੈ। ਅੱਜ ਕੱਲ੍ਹ ਦੀ ਵਿਆਕਰਨ ਨਹੀਂ। ਨਾ ਅੱਜ ਕੱਲ੍ਹ ਦੀ ਪੰਜਾਬੀ ਪੜ੍ਹਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਪਣੇ ਆਪ ਸ਼ੁੱਧ ਪਾਠ ਕਰ ਸਕਦਾ ਹੈ, ਭਾਵੇਂ ਅੱਖਰ ਗੁਰਮੁਖੀ ਦੇ ਹਨ, ਪਰ ਇਹਨਾਂ ਵਿੱਚ ਪੁਰਾਤਨਤਾ ਛੁਪੀ ਪਈ ਹੈ। ਵੱਖ-ਵੱਖ ਭਾਸ਼ਾਵਾਂ ਛੁਪੀਆਂ ਪਈਆਂ ਹਨ। ਪੁਰਾਤਨ ਲਿਖਣ ਢੰਗ ਜੋ ਹੈ ਉਹ ਛੁਪਿਆ ਪਿਆ ਹੈ। ਸੋ ਇਹਨਾਂ ਭੇਦਾਂ ਨੂੰ ਖੋਲ੍ਹਣ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਨੇ ਬੜੀ ਮਦਦ ਕੀਤੀ ਹੈ। ਜ਼ਿੰਦਗੀ ਲਾ ਕੇ ਉਹਨਾਂ ਨੇ ਗੁਰਬਾਣੀ ਦੇ ਜੋ ਸ਼ਬਦ ਜੋੜ ਹਨ ਇਹਨਾਂ ਨੂੰ ਸਮਝਿਆ ਹੈ। ਸਮਝ ਕੇ ਕਰੀਬ 13 ਸਾਲ ਦਾ ਸਮਾਂ ਲਾ ਕੇ ਉਹਨਾਂ ਨੇ ਖੋਜ ਕਰਕੇ ਇਹਨਾਂ ਸ਼ਬਦ ਜੋੜਾਂ ਦੇ ਵਰਤਾਰੇ ਨੂੰ ਸਮਝਿਆ ਕਿ ਇਹਨਾਂ ਦੇ ਵੱਖ-ਵੱਖ ਰੂਪ ਕਿਉਂ ਹਨ। ਨਾਨਕ ਸ਼ਬਦ ਕੱਕੇ ਨੂੰ ਔਂਕੜ ਨਾਲ ਵੀ ਹੈ, ਨਾਨਕ ਸ਼ਬਦ ਕੱਕੇ ਨੂੰ ਹੋੜੇ ਨਾਲ ਵੀ ਹੈ, ਨਾਨਕ ਸ਼ਬਦ ਕੱਕੇ ਨੂੰ ਸਿਹਾਰੀ ਨਾਲ ਵੀ ਹੈ, ਨਾਨਕ ਸ਼ਬਦ ਕੱਕਾ ਮੁਕਤਾ ਵੀ ਹੈ, ਨਾਨਕ ਸ਼ਬਦ ਕੱਕੇ ਨੂੰ ਕੰਨੇ ਨਾਲ ਵੀ ਹੈ।
ਸੋ ਇਸ ਵਰਤਾਰੇ ਨੂੰ ਪ੍ਰੋਫੈਸਰ ਸਾਹਿਬ ਸਿੰਘ ਨੇ ਬਾਖੂਬੀ 13 ਸਾਲ ਦੀ ਮਿਹਨਤ ਤੋਂ ਬਾਅਦ ਸਮਝਿਆ ਤੇ ਸਾਨੂੰ ਉਹਨਾਂ ਨੇ ਗੁਰਬਾਣੀ ਵਿਆਕਰਨ ਨਾਂ ਦੀ ਇੱਕ ਪੁਸਤਕ ਦਿੱਤੀ, ਜੋ ਪੁਰਾਤਨ ਭਾਸ਼ਾ ਭਾਵ ਗੁਰਬਾਣੀ ਨੂੰ ਸਮਝਣ ਦਾ ਇੱਕ ਬੇਸ ਹੈ, ਮੁੱਢ ਹੈ। ਇਸੇ ਤਰ੍ਹਾਂ ਵੱਖ-ਵੱਖ ਜੋ ਭਾਸ਼ਾਵਾਂ ਹਨ, ਉਹਨਾਂ ਵਾਸਤੇ ਮਿਹਨਤ ਕਰਨ ਵਾਲੇ ਭਾਈ ਕਾਹਨ ਸਿੰਘ ਜੀ ਨਾਭਾ ਹਨ, ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀਆਂ ਪੁਸਤਕਾਂ ਦਿੱਤੀਆਂ, ਜਿਨ੍ਹਾਂ ਵਿੱਚ ਇੱਕ ਮਹਾਨ ਕੋਸ਼ ਨਾਂ ਦੀ ਪੁਸਤਕ ਵੀ ਹੈ, ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਜਿਸ ਨੂੰ ਕਿਹਾ ਜਾਂਦਾ ਹੈ। ਇਹ ਵੀ ਉਹਨਾਂ ਨੇ 14 ਸਾਲ ਦੀ ਮਿਹਨਤ ਨਾਲ ਇਹ ਇਨਸਾਈਕਲੋਪੀਡੀਆ ਲਿਖਿਆ। 9 ਸਾਲ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸੰਪੂਰਨ ਪਾਠ ਕੀਤਾ ਅਤੇ 5 ਸਾਲ ਹੋਰ ਲਾ ਕੇ ਜੋ ਉਹਨਾਂ ਨੇ ਤੱਥ ਕੱਢੇ, ਜੋ ਉਹਨਾਂ ਨੇ ਡਾਟਾ ਜੋ ਪਹਿਲਾਂ ਕੱਢਿਆ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਸਮਝਣ ਦਾ ਸ਼ਬਦ ਜੋੜਾਂ ਨੂੰ, ਭਾਸ਼ਾਵਾਂ ਨੂੰ ਉਹਨਾਂ ਨੇ 5 ਸਾਲ ਵਿੱਚੋਂ ਫਿਕਸ ਕੀਤਾ ਵੀ ਕਿਸੇ ਸ਼ਬਦ ਦਾ ਅਰਥ ਕੀ ਹੈ ਤੇ ਰੂਟ ਕੀ ਹੈ, ਉਹ ਕਿਸ ਭਾਸ਼ਾ ਵਿੱਚੋਂ ਆਇਆ ਹੈ। ਇਸ ਨੂੰ ਫਿਕਸ ਕਰਨ ਲਈ 5 ਸਾਲ ਉਹਨਾਂ ਨੇ ਹੋਰ ਲਾਏ। ਸੋ ਇਹ ਮਹਾਨ ਪੁਸਤਕ ਹੈ, ਮਹਾਨ ਕੋਸ਼, ਜਿੱਥੋਂ ਅਸੀਂ ਸ਼ਬਦਾਂ ਦੇ ਵੱਖ-ਵੱਖ ਸਰੂਪ, ਉਹਨਾਂ ਦੇ ਰੂਟ, ਉਹਨਾਂ ਦੇ ਧਾਤੂ ਅਤੇ ਉਹਨਾਂ ਦੇ ਅਰਥ ਦੇਖ ਸਕਦੇ ਹਾਂ। ਸੋ ਇੰਨੀ ਮਿਹਨਤ ਜਿਨ੍ਹਾਂ ਵਿਦਵਾਨਾਂ ਨੇ ਕੀਤੀ ਹੈ, ਉਹਨਾਂ ਦੀ ਕਦਰ ਤਾਂ ਹੀ ਪੈ ਸਕਦੀ ਹੈ, ਉਹਨਾਂ ਦਾ ਜੋ ਮਿਸ਼ਨ ਹੈ ਉਹ ਅੱਗੇ ਤਾਂ ਹੀ ਵੱਧ ਸਕਦਾ ਹੈ ਜੇ ਅੱਜ ਕੱਲ੍ਹ ਦੇ ਪਾਠਕ ਉਹਨਾਂ ਪੁਸਤਕਾਂ ਨੂੰ ਆਪ ਪੜ੍ਹਨ, ਪੜ੍ਹ ਕੇ ਉਹਨਾਂ ਨੂੰ ਵਰਤੋਂ ਵਿੱਚ ਲਿਆਉਣ। ਸੋ ਇਸ ਵਿਚਾਰ ਲੜੀ ਵਿੱਚ ਇਹ 49ਵੀਂ ਵੀਡੀਓ ਹੈ YouTube ਉੱਤੇ। ਸੋ ਇਸ ਵਿੱਚ ਆਪਾਂ 2 ਪੰਕਤੀਆਂ 'ਤੇ ਵਿਚਾਰ ਕਰਦੇ ਹਾਂ। ਸੱਤੇ ਬਲਵੰਡ ਦੀ ਲਿਖੀ ਵਾਰ ਵਿੱਚੋਂ ਇਹ 2 ਪੰਕਤੀਆਂ ਹਨ। ਹੋਵੈ ਸਿਫਤਿ ਖਸਮਦੀ ਨੂਰ ਅਰਸ਼ਹੁ ਕੁਰਸਹੁ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ। ਅੰਕ 967 ਉੱਪਰ ਇਹ ਪਾਵਨ ਪੰਕਤੀਆਂ ਹਨ। ਇਹਨਾਂ ਪੰਕਤੀਆਂ 'ਤੇ ਵਿਚਾਰ ਕਰੀਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 966 ਉੱਤੇ ਰਾਮਕਲੀ ਕੀ ਵਾਰ ਹੈ, ਜਿਸ ਦੇ ਸਿਰਲੇਖ ਨਾਲ ਲਿਖਿਆ ਹੈ ਰਾਇ ਬਲਵੰਡੀ ਤਥਾ ਸੱਤੈ ਡੂਮ ਆਖੀ। ਅੰਕ 967 ਉੱਤੋਂ ਇਸ ਵਾਰ ਦੀ ਦੂਜੀ ਪੌੜੀ ਵਿੱਚੋਂ ਉਪਰੋਕਤ 2 ਪੰਕਤੀਆਂ ਲਈਆਂ ਗਈਆਂ ਹਨ, ਜੋ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਇਹ ਉਚਾਰੀਆਂ ਗਈਆਂ ਹਨ। ਇਹ ਤੁਕਾਂ ਅਕਸਰ ਹੁਕਮਨਾਮਾ ਪੜ੍ਹਨ ਸਮੇਂ ਮਾਨਯੋਗ ਗ੍ਰੰਥੀ ਸਿੰਘਾਂ ਵੱਲੋਂ ਪੜ੍ਹੀਆਂ ਜਾਂਦੀਆਂ ਹਨ। ਇਹਨਾਂ ਤੁਕਾਂ ਦਾ ਜੋ ਪਾਠ ਹੈ ਇਕਸਾਰ ਨਹੀਂ। ਇਕਸਾਰ ਇਸ ਕਰਕੇ ਨਹੀਂ, ਹੁਣੇ ਹੀ ਇਹ ਗੱਲ ਵਿਚਾਰ ਵਿੱਚ ਲਿਆਂਦੀ ਹੈ ਕਿ ਇਹ ਜੋ ਗੁਰਬਾਣੀ ਹੈ ਨਿਰੀ ਪੰਜਾਬੀ ਭਾਸ਼ਾ ਨਹੀਂ ਹੈ। ਸੋ ਜਿਨ੍ਹਾਂ ਗੁਰੂ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਕੱਲੇ ਇਕੱਲੇ ਸ਼ਬਦ ਦੀ ਆਪ ਖੋਜ ਨਹੀਂ ਕੀਤੀ, ਜਾਂ ਇਕੱਲੇ ਇਕੱਲੇ ਸ਼ਬਦ ਨੂੰ ਸਮਝਣ ਵਾਸਤੇ ਖੋਜੀਆਂ ਦੀਆਂ ਮਹਾਨ ਪੁਸਤਕਾਂ ਦਾ ਸਹਾਰਾ ਨਹੀਂ ਲਿਆ, ਉਹ ਅਕਸਰ ਪਾਠ ਇਕਸਾਰ ਨਹੀਂ ਕਰ ਸਕਦੇ, ਕਿਉਂਕਿ ਅੱਜ ਕੱਲ੍ਹ ਅਰਬੀ ਫਾਰਸੀ ਸੰਸਕ੍ਰਿਤ ਭਾਸ਼ਾਵਾਂ ਆਮ ਸਕੂਲਾਂ ਵਿੱਚ ਨਹੀਂ ਪੜ੍ਹਾਈਆਂ ਜਾਂਦੀਆਂ। ਪੁਰਾਤਨ ਸਮੇਂ ਇਹ ਪੜ੍ਹਾਈਆਂ ਜਾਂਦੀਆਂ ਸਨ। ਸੋ ਇਸ ਕਰਕੇ ਇਹ ਸਮੱਸਿਆ ਹੈ, ਪ੍ਰੋਬਲਮ ਹੈ। ਕੋਈ ਮਿਹਨਤ ਕਰੇ
ਇਹਨਾਂ ਸ਼ਬਦਾਂ ਨੂੰ ਖੋਜਣ ਦੀ, ਤਾਂ ਪਾਠ ਦੀ ਇਕਸਾਰਤਾ ਜ਼ਰੂਰ ਹੋ ਸਕਦੀ ਹੈ। ਸੋ ਪੁਰਾਤਨ ਵਿਆਕਰਨ ਅਤੇ ਵਰਤੀਆਂ ਗਈਆਂ ਭਾਸ਼ਾਵਾਂ ਨੂੰ ਸਾਹਮਣੇ ਰੱਖ ਕੇ ਆਪਾਂ ਇਸ 'ਤੇ ਵਿਚਾਰ ਕਰਦੇ ਹਾਂ। ਇਹਨਾਂ ਦੋ ਪੰਕਤੀਆਂ ਵਿੱਚ ਜਿਹੜੇ ਸ਼ਬਦ ਦੂਜੀਆਂ ਭਾਸ਼ਾਵਾਂ ਵਿੱਚੋਂ ਹਨ, ਉਹਨਾਂ ਵਿੱਚੋਂ ਪਹਿਲਾ ਸ਼ਬਦ ਹੈ ਸਿਫਤੀ। ਇਹ ਸ਼ਬਦ ਅਰਬੀ ਭਾਸ਼ਾ ਵਿੱਚੋਂ ਹੈ। ਅਰਬੀ ਭਾਸ਼ਾ ਵਿੱਚ ਲਿਖਿਆ ਜਾਂਦਾ ਇਸ ਨੂੰ ਸਿਫਤ। ਗ੍ਰੰਥ ਸਾਹਿਬ ਦੇ ਵਿੱਚ ਕਿਉਂਕਿ ਕਾਰਕਾਂ ਦੀ ਵਰਤੋਂ ਕੀਤੀ ਗਈ ਹੈ, ਇਸ ਕਰਕੇ ਸ਼ਬਦਾਂ ਦੇ ਨਾਲ ਕਾਰਕ ਚਿੰਨ੍ਹ ਲੱਗੇ ਹੋਏ ਹਨ। ਇਸਤਰੀਲਿੰਗ ਬਣਾਉਣ ਵਾਸਤੇ ਵੀ ਸਿਹਾਰੀ ਦੀ ਵਰਤੋਂ ਕੀਤੀ ਗਈ ਹੈ। ਇਸ ਕਰਕੇ ਅਰਬੀ ਭਾਸ਼ਾ ਸਿਫਤ ਵਿੱਚੋਂ ਇਹ ਸ਼ਬਦ ਹੈ ਸਿਫਤੀ। ਤੱਤਾ ਅੱਖਰ ਨਾਲ ਵੀ ਸਿਹਾਰੀ ਹੈ। ਫੱਫਾ ਜਿਹੜਾ ਹੈ ਇੱਥੇ ਪੈ ਬਿੰਦੀ ਵਾਲਾ ਹੈ, ਕਿਉਂਕਿ ਅਰਬਿਕ ਪਰਸ਼ੀਅਨ ਵਿੱਚ 11 ਅੱਖਰ ਐਸੇ ਹਨ ਜਿਹੜੇ ਦੋ ਆਵਾਜ਼ਾਂ ਰੱਖਦੇ ਹਨ, ਔਰ ਜਿਨ੍ਹਾਂ ਦੇ ਦੋ ਹੀ ਚਿੰਨ੍ਹ ਜਾਂ ਅੱਖਰ ਉਹਨਾਂ ਭਾਸ਼ਾਵਾਂ ਵਿੱਚ ਮਿਲਦੇ ਹਨ। ਪੰਜਾਬੀ ਭਾਸ਼ਾ ਕੋਲ ਉਸ ਸਮੇਂ 35 ਅੱਖਰ ਸਨ। 35 ਅੱਖਰਾਂ ਵਿੱਚ ਕੋਈ ਵੀ ਦੋਹਰਾ ਅੱਖਰ ਨਹੀਂ ਸੀ। ਜਿਸ ਤਰ੍ਹਾਂ ਅਰਬੀ ਫਾਰਸੀ ਕੋਲ 2 ਕੱਕੇ, 2 ਤੱਤੇ, 2 ਹਾਹੇ, 2 ਊੜੇ, 2 ਐੜੇ, 2 ਈੜੀਆਂ, ਇਸ ਤਰ੍ਹਾਂ 2 ਗੱਗੇ, 2 ਜੱਜੇ, 2 ਫੱਫੇ, 2 ਤੱਤੇ ਆਦਿਕ 11 ਅੱਖਰ ਅਰਬੀ ਫਾਰਸੀ ਦੇ ਕੋਲ ਐਸੇ ਹਨ, ਹੁਣ ਵੀ ਉਹਨਾਂ ਦੇ ਅਲਫਾਬੇਟ ਵਿੱਚ ਹਨ, ਜਿਹੜੇ ਦੋਹਰੀਆਂ ਆਵਾਜ਼ਾਂ ਰੱਖਦੇ ਹਨ, ਔਰ ਉਹਨਾਂ ਦੇ ਦੋ ਅੱਖਰ ਹਨ। 2 ਕੱਕੇ ਜਿਵੇਂ 2 ਤੱਤੇ ਆਦਿਕ, 2 ਕੱਕੇ ਜਿਵੇਂ ਕਾਫ ਹੈ, ਦੂਜਾ ਵਾਫ ਹੈ। 2 ਤੱਤੇ ਹਨ ਜਿਵੇਂ ਇੱਕ ਤੇ ਹੈ, ਦੂਜਾ ਅੱਖਰ ਤੋਏ ਹੈ। ਦੋਹਾਂ ਦੇ ਹੀ ਸਿੰਬਲ ਉਹਨਾਂ ਦੇ ਅਲਫਾਬੇਟ ਵਿੱਚ ਮਿਲਦੇ ਹਨ। ਪਰ ਪੰਜਾਬੀ ਭਾਸ਼ਾ ਵਿੱਚ ਉਸ ਸਮੇਂ ਜਦੋਂ ਗੁਰਬਾਣੀ ਦੀ ਰਚਨਾ ਚੱਲਦੀ ਰਹੀ, 35 ਹੀ ਅੱਖਰ ਰਹੇ। ਇਹਨਾਂ 35 ਅੱਖਰਾਂ ਵਿੱਚ ਇੱਕੋ ਹੀ ਸੱਸਾ ਹੈ, ਇੱਕੋ ਹੀ ਜੱਜਾ ਹੈ, ਇੱਕੋ ਹੀ ਕੱਕਾ ਹੈ, ਭਾਵ ਇਕੱਲੇ ਹੀ ਅੱਖਰ ਹਨ। ਸੋ ਲਿਖਣ ਵਾਸਤੇ ਇਹਨਾਂ ਇਕੱਲੇ ਅੱਖਰਾਂ ਦੀਆਂ ਦੋ ਆਵਾਜ਼ਾਂ ਨੂੰ ਲਿਆ ਗਿਆ। ਹਾਲਾਂਕਿ ਦੂਜੀ ਆਵਾਜ਼ ਨੂੰ ਪ੍ਰਗਟ ਕਰਨ ਦਾ ਕੋਈ ਸਿੰਬਲ ਨਹੀਂ ਸੀ, ਚਿੰਨ੍ਹ ਨਹੀਂ ਸੀ। ਇਹ ਚਿੰਨ੍ਹ ਅੱਜ ਕੱਲ੍ਹ ਦੇ ਪੰਜਾਬੀ ਦੇ ਵਿਦਵਾਨਾਂ ਨੇ ਨਵੇਂ ਚਿੰਨ੍ਹ ਬਣਾ ਕੇ ਪੰਜਾਬੀ ਅਲਫਾਬੇਟ ਸ਼ਾਮਿਲ ਕੀਤੇ ਹਨ, ਜਿਵੇਂ ਸੱਸੇ ਬਰ ਬਿੰਦੀ, ਖੱਖੇ ਬਰ ਬਿੰਦੀ, ਕੱਕੇ ਬਰ ਬਿੰਦੀ ਆਦਿਕ, ਲੱਲੇ ਬਰ ਬਿੰਦੀ। ਇਹ ਚਿੰਨ੍ਹ ਅੱਜ ਕੱਲ੍ਹ ਪੰਜਾਬੀ ਅਲਫਾਬੇਟ ਸ਼ਾਮਿਲ ਕੀਤੇ ਹਨ। ਸੋ 35 ਅੱਖਰ ਪਹਿਲਾਂ ਸਨ, ਹੁਣ 6 ਅੱਖਰ ਇਹ ਆ ਕੇ 41 ਅੱਖਰ ਬਣਦੇ ਹਨ। ਪਹਿਲਾਂ ਇਹ 6 ਅੱਖਰ ਨਹੀਂ ਹੁੰਦੇ ਸਨ। ਇਸੇ ਤਰ੍ਹਾਂ ਹੀ ਪਹਿਲਾਂ ਗੁਰਬਾਣੀ ਰਚਨਾ ਕਾਲ ਵਿੱਚ ਅੱਧਕ ਦਾ ਚਿੰਨ੍ਹ ਵੀ ਨਹੀਂ ਸੀ। ਬਲ ਧੁਨੀ ਜਿਹਨੂੰ ਕਹਿੰਦੇ ਆ, ਹਾਰਡ ਸਾਊਂਡ, ਇਸ ਵਾਸਤੇ ਵੀ ਕੋਈ ਚਿੰਨ੍ਹ ਨਹੀਂ ਸੀ। ਅੱਜ ਕੱਲ੍ਹ ਦੀ ਪੰਜਾਬੀ ਵਿੱਚ ਇਹ ਚਿੰਨ੍ਹ ਵੀ ਕੱਢ ਲਿਆ ਗਿਆ ਹੈ, ਅੱਧਕ ਦਾ ਚਿੰਨ੍ਹ। ਇਹ ਅੱਧਕ ਦਾ ਚਿੰਨ੍ਹ ਅਰਬੀ ਫਾਰਸੀ ਵਿੱਚ ਵਰਤਿਆ ਜਾਂਦਾ ਸੀ, ਅਤੇ ਸੰਸਕ੍ਰਿਤ ਹਿੰਦੀ ਭਾਸ਼ਾ ਇਹਨਾਂ ਕੋਲ ਵੀ ਇਹ ਬਲ ਧੁਨੀ ਲਿਖਣ ਦਾ ਢੰਗ ਸੀ। ਕੇਵਲ ਪੰਜਾਬੀ ਦੇ ਕੋਲ ਇਹ ਚਿੰਨ੍ਹ ਨਹੀਂ ਸੀ। ਭਾਵੇਂ ਪੰਜਾਬੀ ਅੱਖਰਾਂ ਵਿੱਚ ਇਹਨਾਂ ਭਾਸ਼ਾਵਾਂ ਦੇ ਜੋ ਸ਼ਬਦ ਲਿਖੇ ਗਏ, ਉਹਨਾਂ ਦੀਆਂ ਆਵਾਜ਼ਾਂ ਪੰਜਾਬੀ ਦੇ ਵਿੱਚ ਨਾਲ ਹੀ ਆ ਗਈਆਂ, ਗੁਰਬਾਣੀ ਵਿੱਚ ਉਹ ਆਵਾਜ਼ਾਂ ਨਾਲ ਹੀ ਆਈਆਂ, ਅਤੇ ਇਹ ਆਵਾਜ਼ਾਂ ਹੀ ਪ੍ਰਗਟ ਕਰਦੀਆਂ ਹਨ ਕਿ ਇਹ ਜੋ ਵਿਸ਼ੇਸ਼ ਸ਼ਬਦ ਬਾਕੀ ਭਾਸ਼ਾ ਵਿੱਚੋਂ ਆਏ ਹਨ, ਇਹ ਉਹਨਾਂ ਦੀਆਂ ਵਿਸ਼ੇਸ਼ ਆਵਾਜ਼ਾਂ ਨਾਲ ਲੈ ਕੇ ਆਏ ਹਨ। ਇਹਨਾਂ ਨੂੰ ਕਿਸੇ ਤਰ੍ਹਾਂ ਵੀ ਬੰਦ ਨਹੀਂ ਕੀਤਾ ਜਾ ਸਕਦਾ। ਨਾ ਹੀ ਗੁਰੂ ਸਾਹਿਬਾਨ ਇਹਨਾਂ ਨੂੰ ਬੰਦ ਕਰਦੇ ਸਨ। ਇਹਨਾਂ ਸ਼ਬਦਾਂ ਨੂੰ ਉਸ ਸਮੇਂ ਦੇ ਜੋ ਪਾਠਕ ਸਨ ਉਹ ਵੀ ਬੋਲਦੇ ਸਨ, ਕਿਉਂਕਿ ਇਹ ਬੋਲਣ ਦਾ ਭਾਗ ਸਨ। ਲੋਕਾਂ ਨੂੰ ਇਹਨਾਂ ਦੀ ਸਮਝ ਸੀ। ਗੁਰੂ ਸਾਹਿਬਾਨ ਆਪ ਲੋਕਾਂ ਨੂੰ ਸਮਝਾਉਣ ਵਾਲੇ ਸਨ। ਅਤੇ ਅਰਬੀ ਫਾਰਸੀ ਸੰਸਕ੍ਰਿਤ
उस वेले दीआं प्रचलित भाषावां सन। भावें संस्कृत विचों निकल के होर कोई भाषावां बन चुकियां सन, जिवें ब्रह्मी, शारदा, टाकरी, लंडे। इस तरह पंजाबी भी बनी, हिंदी बनी, गुजराती, मराठी आदिक। सो इस तरह जिमें जिमें तब्दीली आती गई शब्द जोड़ां विच, तिवें तिवें गुरु ग्रंथ साहिब विच भी ये तब्दीलियां जिहड़ियां सन नज़र आउंदियां हन। सो गुरबाणी विच जिहड़े शब्द बाकी भाषावां विचों आए हन, वो अपणियां धुनियां नाल लैके आए हन, क्योंकि उन्हां भाषावां विच जो असल शब्द हन वो उन्हां धुनियां नाल ही बनदे हन, भावें असीं पंजाबी अखरां नाल लिखे हन। सो ये शब्द है सिफती। फफा जिहड़ा है ये सॉफ्ट साउंड वाला है, अरबी भाषा विचों ये आया है, तो ये सिहारी नाल हमेशा लिखा जाता है सिफती। सो जे बिहारी बोलण का भाग है तो सिहारी भी बोलण का भाग है। अर्थ दोवां का रलवा है, इको ही। जिवें सिफती तत्ते नूं बिहारी नाल भी आउंदा है, सिफतां बारे भी तत्ते नूं बिहारी नाल लिखिया मिलता है, तो तत्ते नूं सिहारी नाल भी है। सो दोवां हालतां विच ही ये जो सिंबल है तत्ते नाल लगा होया, ये बोलण का भाग बनता है, भावें बिहारी है भावें सिहारी है। सो इस तरह असी पुरातनता या पुरातन शब्द जोड़न के जो सही स्वरूप हैं उन्होंने उस तरह कायम भी रख सकते हैं, जे असीं इन्हों इस ढंग नाल बोलना शुरू करिए, याद करना शुरू करिए। दूजा शब्द जो अरबी भाषा विचों है वो है खसम। इत्थे जो खसम शब्द है ससा टिप्पी नाल लिखा गया है, क्योंकि काव तोल है, काव तोल पूरा करने लई इत्थे शब्द जोड़ जिहड़े हन उन्हां विच वाधे घाटे कवि जन कर सकते हैं ते कीते गए हैं। सो ये शब्द जो खसम शब्द है उत्थों ये शब्द लिखा है खसम। इस खखा जिहड़ा है ये भी विशेष धुनी वाला है। ये शब्द जो खसम है अरबी भाषा विचों ही अपनी धुनी लैके आया है, पंजाबी अखरां विच इसनूं लिखिया गया है। सो इसनूं पढ़ना है खसम, क्योंकि खखा इत्थे विशेष धुनी वाला है। होवै सिफते खसम दी, तो ये अरबी भाषा का शब्द है खसम। तो टिप्पी जो सस्से नाल लगी हुई है वो भी बोलण का भाग है, वो भी ये शब्द विच रस भरदी है। खसम शब्द मम्मा औंकड़ नाल भी आउंदा है, संबंधक रूप विच भी आउंदा है। इत्थे खसम शब्द जो है खसम लिखिया होया है, मम्मा अखर नाल औंकड़ नहीं, क्योंकि इस दे अगे संबंधक की वरतों हुई है, दी लिखिया होया है। होवै सिफते खसम दी, मालिक दी, प्रभु दी। अगे जो शब्द अरबिक लैंग्वेज विचों आया है वो है एड़ा रारा ससा हाहिन औंकड़। ये शब्द अरबिक भाषा विचों आया है ते अर्श तो बनया है। अरबिक विच अर्श शब्द का अर्थ है आसमान, स्काई, अर्श। अर्श तो ये शब्द बनया है अर्शम, हाहिन औंकड़ है। तो ये हाहिन औंकड़ जो है ये कारक का चिन्ह है, जिसनों अपादान कारक कहा जाता है, अपलेटिव केस कहा जाता है। ये अर्शों शब्द इस अपादान कारक विच वरतिया गया है। जिहड़े शब्द अपादान कारक विच वरते जाते हैं उन्हां दे अखीर विच एन साउंड जां नासकी धुनी हुंदी है, टिप्पी जां बिंदी उस तरह नहीं बोले जाते। जिवें मूहों के बोलन बोली है, मूहों मूँह तो, इस तरह अर्शों अर्श तो
आसमान तो। सो इत्थे सस्सा जिहड़ा है ये शाह धुनी वाला है, ये पंजाबी की धुनी नहीं है, ये अरेबिक भाषा की धुनी है। उतों ही शब्द आया है, ये धुनी उतों नाल लैके आया है, क्योंकि अरेबिक वर्जन दे विच एक सस्सा है, एक सस्से पैर बिंदी भाव शाह धुनी है। सस्सा वास्ते, सस्सा अखर वास्ते उन्हां कोल सीन है अते शाह धुनी वास्ते शीन है। सीन ते शीन दो वक्रे वक्रे अखर उन्होंने अल्फाबेट में मिलते हैं। इस तरह ही संस्कृत भाषा के कोल सस्सा वखरा है तो शाह धुनी वास्ते उन्होंने कोल दो अखर हैं, एक इक्कियां वाला शाह है तो एक टिड पाड़वा शाह है। टिड पाड़वा इस करके आखते हैं कि जो पंजाबी अखर का धद्दा है इस विच एक तिरछी लकीर लाई जाती है डायगनल रूप विच, तां ये शाह बनता है। पर पंजाबी भाषा को उस वेले केवल सस्सा ही सी, सस्से नाल ही शब्द लिखा गया, सस्से नाल ही शेर लिखा गया, सस्सा नाल ही बादशाह लिखा गया, सस्सा नाल ही पातशाह लिखा गया, सस्सा अखर नाल ही शिकार लिखा गया, सस्सा नाल ही श्रृंगार लिखा गया। ये डिपेंड करता हुण पढ़न वाले ते पाठक ते कि उसने इन्हां भाषावां दे शब्दां की पछाण कर ली है जां नहीं। जिसने पछाण कर ली है वो इन्हां नूं इस तरह भाषावां के आधार पर पाठ में शामिल करेगा। सो जिसने अजे इस पासे ध्यान नहीं दिता, सिर्फ पंजाबी ही समझ के पाठ करता है, वो पाठक इन्हां जो विशेष धुनिया वाले शब्द हैं इन्हां दियां विशेष धुनियां जरूर मिस करेगा। सो इस तरह ये शब्द शाह धुनी वाला सी, भावें पाठक इसनूं अरसों पढ़ते होण पर यह अरसों शब्द नहीं है, यह अरशों। शाह धुनी अरबी के शब्द अर्श तो है। सो इस तो बाद जिहड़ा शब्द अरबी भाषा का इस वरत्या गया है वो है कुरसों। कक्कर औंकड़ रारा सस्सा है, हाहे औंकड़ है। ये शब्द भी अरेबिक के शब्द कुरस तो बनता है। कुरस तो बनता है तो इत्थे शुद्ध पाठ इहदा है खुरसों। खुरसों कक्का जिहड़ा है ये काफ वाला नहीं, ये कक्का कुआफ वाला है। जिस तरह कुरान नहीं है, कुरान है पढ़ने वास्ते। कुरान शब्द जो है ये कक्के नाल भावें लिखिया मिलता है, अरेबिक विच ये काफ नाल नहीं हुंदा, ये कुआफ नाल हुंदा है। इस करके इसकी आवाज़ अंदरों पिछों संघ विचों निकलती है कुरान। इस तरह ये है खुरसों, पिछों बात करके निकलनी है। सो इस विच सस्सा जो अखर है ये शाह धुनी वाला नहीं है, ये शब्द कुरस ही है, सस्सा धुनी वाला ही है। ते इसनूं इस तरह शाह धुनी नाल बोलना है, इत्थे शाह धुनी नहीं है। सो ये शब्द प्रभावित उच्चारण करता है, कक्का अखर जिसने संबंध रखता है, क्योंकि कक्का अखर इत्थे पैर बिंदी वाला है। भावें पंजाबी भाषा विच पैर बिंदी नहीं लगी मिलती, नहीं चिन्ह बनाया, पर अरबी फारसी के जो शब्द गुरबाणी विच आए हैं वो तो इन्हां आवाज़ों जरूर ही प्रगट करते हैं। जैसा कादर है, कुदरत है, ये सारे कक्के जो हैं पैर बिंदियां वाले होंदे हैं। सो कुरसों शब्द जिहड़ा है ये भी आपादान कारक विच है, एब्लेटिव केस विच है। खुरसों, खुरसों भाव टिक्की। खुरस का अर्थ अरबी विच है गोल टिक्की। सूरज ते चंद की गोल टिक्की इसनूं कहा जाता है खुरस। सो ये शब्द जो अर्शों
ਅਤੇ ਕੋਸੋਂ ਵਰਤੇ ਗਏ ਹਨ। ਇਹ ਅਸਲ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਵਾਸਤੇ ਵਰਤੇ ਗਏ ਹਨ। ਜੇ ਆਸਮਾਨ ਤੋਂ ਸ਼ਬਦ ਵਰਤਿਆ ਗਿਆ ਹੈ ਜਿਸ ਦਾ ਅਰਥ ਆਸਮਾਨ ਤੋਂ ਹੈ, ਅਰਸ਼ੋਂ, ਤੇ ਇਸ ਦਾ ਅਰਥ ਹੈ ਅਰਸ਼ ਤੋਂ। ਸਤਿਗੁਰੂ ਅੰਗਦ ਸਾਹਿਬ ਜੀ ਦੇ ਦਸ਼ਮ ਦੁਆਰ ਤੋਂ, ਉਹਨਾਂ ਦੇ ਰੂਹਾਨੀ ਮੰਡਲਾਂ ਵਿੱਚੋਂ। ਤੇ ਜੇ ਇਹ ਸ਼ਬਦ ਵਰਤਿਆ ਗਿਆ ਹੈ ਖੁਰਸੋਂ, ਤਾਂ ਇਸ ਦਾ ਅਰਥ ਹੈ ਗੋਲ ਟਿੱਕੀ ਤੋਂ, ਭਾਵ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਮੁਖ ਵਿੱਚੋਂ, ਖੁਰਸੋਂ। ਸੋ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸਿਫਤ ਜੋ ਕੀਤੀ ਗਈ ਹੈ, ਇਸ ਕਰਕੇ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਇਸ ਦਾ ਅਰਥ ਹੈ ਖੁਰਸੋਂ ਦਾ। ਸੋ ਪੰਜਵਾਂ ਸ਼ਬਦ ਜੋ ਉਚਾਰਨ ਨੂੰ ਪ੍ਰਭਾਵਿਤ ਕਰਦਾ ਹੈ ਉਹ ਹੈ ਪਾਤਸ਼ਾਹ। ਪਾਤਸ਼ਾਹ ਸ਼ਬਦ ਇਹ ਵੀ ਪਰਸ਼ੀਅਨ ਲੈਂਗੁਏਜ ਤੋਂ ਹੈ। ਸ਼ਾਹ ਸ਼ਬਦ ਇਹ ਪਰਸ਼ੀਅਨ ਲੈਂਗੁਏਜ ਦਾ ਹੈ। ਪਾਦ ਅਤੇ ਪਾਤ, ਇਹ ਦੋ ਸ਼ਬਦ ਪਰਸ਼ੀਅਨ ਭਾਸ਼ਾ ਦੇ ਹਨ। ਪਾਦ ਦਾ ਅਰਥ ਹੁੰਦਾ ਹੈ ਰਾਜ ਸਿੰਘਾਸਨ, ਤਖਤ, ਤੇ ਪਾਤ ਸ਼ਬਦ ਦਾ ਅਰਥ ਵੀ ਰਾਜ ਸਿੰਘਾਸਨ ਜਾਂ ਤਖਤ ਹੁੰਦਾ ਹੈ। ਸੋ ਪਾਤ ਤੋਂ ਬਣਿਆ ਪਾਤੀ ਤੇ ਸ਼ਾਹ, ਸ਼ਾਹ ਤੋਂ ਭਾਵ ਹੈ ਮਾਲਿਕ, ਜੋ ਰਾਜ ਸਿੰਘਾਸਨ ਦਾ ਮਾਲਿਕ ਹੈ। ਸੋ ਇਹ ਸ਼ਬਦ ਜਿਹੜਾ ਹੈ, ਇਸ ਦੀ ਸ਼ਾਹ ਧੁਨੀ ਜਿਹੜੀ ਹੈ ਇਹ ਪਰਸ਼ੀਅਨ ਦੇ ਸ਼ਬਦ ਸ਼ਾਹ ਤੋਂ ਹੈ। ਸ਼ਾਹ ਤੋਂ ਹੀ ਇਹ ਸ਼ਬਦ ਧੁਨੀ ਪੰਜਾਬੀ ਅੱਖਰਾਂ ਵਿੱਚ ਆਈ ਹੈ। ਇਹ ਪੰਜਾਬੀ ਦੀ ਧੁਨੀ ਨਹੀਂ, ਇਹ ਪਰਸ਼ੀਅਨ ਦੀ ਧੁਨੀ ਹੈ, ਉੱਥੋਂ ਆਈ ਹੈ। ਤੇ ਇਹ ਆਮ ਲੋਕਾਂ ਦੇ ਮੂੰਹ ਵਿੱਚ ਚੜ੍ਹੀ ਹੋਈ ਵੀ ਸੀ। ਜਿਵੇਂ ਆਮ ਲੋਕ ਕਿਸੇ ਅਮੀਰ ਨੂੰ ਦੇਖਦੇ ਸ਼ਾਹ ਜੀ ਕਰਕੇ ਬੋਲਦੇ ਹਨ, ਸਾਹ ਜੀ ਕਰਕੇ ਨਹੀਂ ਬੋਲਦੇ, ਸ਼ਾਹ ਜੀ ਕਰਕੇ ਬੋਲਦੇ ਹਨ। ਇਸੇ ਤਰ੍ਹਾਂ ਹੀ ਸ਼ਬਦ ਵਰਤੇ ਗਏ ਹਨ, ਮੇਰੇ ਸ਼ਾਹ ਮੈਂ ਹਰੀ ਦਰਸ਼ਨ ਸੁਖ ਹੋਈ। तो ਉੱਥੇ ਸ਼ਾਹ ਸ਼ਬਦ ਜੋ ਹੈ ਉਹ ਮਾਲਿਕ ਨੂੰ ਹੀ ਕਿਹਾ ਗਿਆ, ਸੰਬੋਧਨ ਕੀਤਾ ਗਿਆ ਹੈ, ਸਾਹਾ ਨਹੀਂ ਹੈ। ਸਾਹ ਸ਼ਬਦ ਜੋ ਹੈ ਇਹ ਸਾਹ ਵਾਸਤੇ ਵੀ ਅਤੇ ਕਿਸੇ ਨਿਸ਼ਚਿਤ ਦਿਨ ਵਾਸਤੇ ਵੀ ਵਰਤਿਆ ਗਿਆ ਹੈ। ਸੋ ਇਹ ਧੁਨੀਆਂ ਜਿਹੜੀਆਂ ਹਨ ਇਹਨਾਂ ਦੀ ਪਛਾਣ ਕਰਨੀ ਹਰ ਪਾਠਕ ਦਾ ਇਹ ਫਰਜ਼ ਹੈ ਵੀ ਇਹ ਕਿੱਥੋਂ ਆਈਆਂ, ਕੀ ਰੂਟ ਇਹਨਾਂ ਸ਼ਬਦਾਂ ਦੇ ਹਨ, ਇਹ ਅਸੀਂ ਸ਼ੁੱਧ ਕਿਵੇਂ ਬੋਲ ਸਕਦੇ ਹਾਂ। ਸੋ ਇਹ ਪਾਤੀ ਸ਼ਾਹ ਸ਼ਬਦ ਹੈ, ਤੱਤਾ ਅੱਖਰਾਂ ਲੱਗੇ ਹੋਏ ਸਿਹਾਰੀ, ਇਹ ਬੋਲਣ ਦਾ ਭਾਗ ਵੀ ਬਣਦੀ ਹੈ। ਇਸ ਨੂੰ ਕਿਸੇ ਤਰ੍ਹਾਂ ਵੀ ਅਸੀਂ ਛੱਡ ਨਹੀਂ ਸਕਦੇ। ਇਸੇ ਤਰ੍ਹਾਂ ਦੇ ਬੜੇ ਹੋਰ ਸ਼ਬਦ ਨਾਲ ਅਨੇਕ ਸ਼ਬਦ ਹੈ, ਕੱਕੇ ਨੂੰ ਨਨੇ ਨੂੰ ਸਿਹਾਰੀ ਲੱਗੀ ਹੁੰਦੀ ਹੈ, ਅਨੇਕ। ਇਸ ਦੀ ਸਿਹਾਰੀ ਵੀ ਪਾਠਕ ਤਿਆਗ ਨਹੀਂ ਸਕਦੇ, ਭਾਵੇਂ ਕਈ ਤਿਆਗ ਕੇ ਆਨਕ ਕਰਕੇ ਪੜ੍ਹਦੇ ਹਨ, ਪਰ ਨਹੀਂ, ਸ਼ਬਦ ਜੋੜਾਂ ਦੀ ਜੋ ਇਹ ਏਕਤਾ ਹੈ ਇਹ ਭੰਗ ਹੁੰਦੀ ਹੈ ਜੇ ਅਸੀਂ ਇਸ ਤਰ੍ਹਾਂ ਮਾਤਾ ਨੂੰ ਛੱਡ ਕੇ ਉਹਨਾਂ ਨੂੰ ਬੋਲੀਏ ਜਾਂ ਲਿਖੀਏ। ਇਸ ਤਰ੍ਹਾਂ ਕੱਤਿਕ ਸ਼ਬਦ ਜਿੱਥੇ ਲਿਖਿਆ ਹੋਵੇ ਤੱਤੇ ਨੂੰ ਸਿਹਾਰੀ ਨਾਲ, ਉੱਥੇ ਕੱਤਕ ਨਹੀਂ ਅਸੀਂ ਪੜ੍ਹ ਸਕਦੇ, ਉੱਥੇ ਕੱਤਿਕ ਹੀ ਪੜ੍ਹਨਾ ਪਏਗਾ, ਕਿਉਂਕਿ ਸਤਿਗੁਰੂ ਜੀ ਨੇ ਸਿਹਾਰੀ ਲਾਈ ਜੋ ਹੈ ਤੱਤੇ ਅੱਖਰ ਦੇ ਨਾਲ। ਇਹ ਸਾਡਾ ਕੋਈ ਸਾਡੀ ਕੋਈ ਚੋਇਸ ਨਹੀਂ ਹੈ, ਸਾਡੀ ਕੋਈ ਆਪਸ਼ਨ ਨਹੀਂ ਹੈ ਵੀ ਗੁਰੂ ਜੀ ਨੇ ਤਾਂ ਲਾਈ ਹੈ ਆਪਾਂ ਆਪਸ਼ਨ ਲੈ ਲਈਏ, ਇਸ ਨੂੰ ਪੜ੍ਹੀਏ ਜਾਂ ਨਾ ਪੜ੍ਹੀਏ, ਇਹ ਗੱਲ ਠੀਕ ਨਹੀਂ ਹੈ। ਸੋ ਸਾਡੀ ਕੋਈ ਆਪਸ਼ਨ ਨਹੀਂ, ਜੋ ਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਬੋਲਣ ਦਾ ਭਾਗ ਹੀ ਹੈ। ਪਾਤ ਸ਼ਬਦ ਜਦੋਂ ਤੱਤਾ ਸਿਹਾਰੀ ਨਾਲ ਇਕੱਲਾ ਲਿਖਿਆ ਜਾਂਦਾ ਹੈ, ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਆਏ ਹਨ। ਪਾਤ ਭਗਤਨ ਕੀ ਰਾਖੀ ਪਾਤੀ, ਪਾਤ ਸ਼ਬਦ ਉੱਥੇ ਇੱਜ਼ਤ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਪਰ ਜਦੋਂ ਇਹ ਸ਼ਾਹ ਦੇ ਨਾਲ ਵਰਤਿਆ ਜਾਂਦਾ ਹੈ ਉਦੋਂ ਰਾਜ ਸਿੰਘਾਸਨ ਦਾ ਮਾਲਿਕ
ਅਕਾਲ ਪੁਰਖ ਗੁਰੂ ਉਸ ਵਾਸਤੇ ਸ਼ਬਦ ਵਰਤੇ ਜਾਂਦੇ ਹਨ। ਇਸ ਤਰ੍ਹਾਂ ਸ਼ਬਦਾਂ ਦੇ ਜੋ ਸਰੂਪ ਹਨ, ਪੜ੍ਹਨ ਵੇਲੇ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਬੜਾ ਜ਼ਰੂਰੀ ਬਣਦਾ ਹੈ। ਸੰਸਕ੍ਰਿਤ ਭਾਸ਼ਾ ਵਿੱਚ ਪਾਤੀ ਸ਼ਬਦ ਦਾ ਅਰਥ ਇੱਜ਼ਤ ਹੁੰਦਾ ਹੈ ਜਾਂ ਪਦ ਤੇ ਪ੍ਰਤਿਸ਼ਠਾ ਹੁੰਦਾ ਹੈ। ਤੇ ਜੇ ਇਕੱਲੇ ਇਕੱਲੇ ਸ਼ਬਦ ਹੋਣ, ਪਾਤ ਅਤੇ ਸ਼ਾਹ ਇਕੱਲੇ ਇਕੱਲੇ ਹੋਣ, ਤਾਂ ਇਸਦਾ ਮਤਲਬ ਬਣਦਾ ਹੈ ਪਦ ਤੇ ਪ੍ਰਤਿਸ਼ਠਾ ਦੇ ਧਨੀ, ਦੇ ਅਮੀਰ। ਪਰ ਕਿਉਂਕਿ ਇਹ ਸ਼ਬਦ ਜੀ ਇਕੱਠਾ ਲਿਖਿਆ ਹੈ, ਇਸ ਦਾ ਮਤਲਬ ਰਾਜ ਸਿੰਘਾਸਣ ਦਾ ਮਾਲਿਕ, ਤਖਤ ਦਾ ਮਾਲਿਕ ਬਣਦਾ ਹੈ। ਸੋ ਜਿਸ ਭਾਸ਼ਾ ਵਿੱਚੋਂ ਬਾਣੀਕਾਰਾਂ ਨੇ ਜਿਹੜੇ ਵੀ ਸ਼ਬਦ ਚੁਣੇ ਹਨ ਜਾਂ ਵਰਤੇ ਹਨ, ਉਹਨਾਂ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ ਤੇ ਉਸੇ ਭਾਸ਼ਾ ਅਨੁਸਾਰ ਹੀ ਬੋਲਣਾ, ਯੋਗ ਤੇ ਠੀਕ ਪਾਠ ਕਰਨਾ ਹੈ। ਜੇ ਅੰਗਰੇਜ਼ੀ ਵਿੱਚ ਟੇਬਲ ਸ਼ਬਦ ਹੈ ਤਾਂ ਉਸਨੂੰ ਟਬਲੇ ਜਾਂ ਟਾਬਲ ਨਹੀਂ ਬੋਲ ਸਕਦੇ, ਕਿਉਂਕਿ ਇਸ ਤਰ੍ਹਾਂ ਬੋਲਣ 'ਤੇ ਅਰਥ ਮੇਜ਼ ਨਹੀਂ ਬਣਨਗੇ। ਮੇਜ਼ ਦਾ ਅਰਥ ਕੱਢਣ ਲਈ ਪੰਜਾਬੀ ਪੜ੍ਹੇ ਹੋਏ ਨੂੰ ਵੀ ਟੇਬਲ ਹੀ ਬੋਲਣਾ ਪਵੇਗਾ, ਟਬਲੇ ਜਾਂ ਟਾਬਲ ਨਹੀਂ। ਇਵੇਂ ਹੀ ਗੁਰਬਾਣੀ ਪੜ੍ਹਦੇ ਜਾਂ ਬੋਲਦੇ ਸਮੇਂ ਜਿਹੜੇ ਵੀ ਅਰਬੀ, ਫਾਰਸੀ ਜਾਂ ਸੰਸਕ੍ਰਿਤ ਦੇ ਸ਼ਬਦ ਮਿਲਦੇ ਹਨ, ਉਹ ਉਸੇ ਭਾਸ਼ਾ ਅਨੁਸਾਰ ਹੀ ਬੋਲੇ ਜਾਣ ਤਾਂ ਅਰਥ ਠੀਕ ਨਿਕਲ ਸਕਦੇ ਹਨ। ਜਿਵੇਂ ਟੇਬਲ ਬੋਲਣ 'ਤੇ ਅਰਥ ਠੀਕ ਨਿਕਲਦੇ ਹਨ। ਪਾਵਨ ਪੰਕਤੀਆਂ ਵਿੱਚ ਤੁਲਾਵਾਂ ਵਾਲੇ ਸ਼ਬਦ ਜੋ ਹਨ, ਹੋਵੈ, ਝੱਟੀਐ, ਕੱਟੀਐ, ਇਹਨਾਂ ਦਾ ਪਾਠ ਐ ਅੰਤ ਕਰਨਾ ਠੀਕ ਬਣਦਾ ਹੈ, ਇਹ ਅੰਤ ਨਹੀਂ। ਭਾਵ ਹੋਵੇ ਨੂੰ ਹੋਵੇ, ਝੱਟੀਏ ਨੂੰ ਝੱਟੀਏ, ਕੱਟੀਏ ਨੂੰ ਕੱਟੀਏ ਆਦਿਕ ਪਾਠ ਯੋਗ ਨਹੀਂ। ਸੋ ਝੱਟੀਏ ਝੜ ਰਿਹਾ ਹੈ, ਕੱਟੀਏ ਕੱਟੀ ਜਾਂਦੀ ਹੈ। ਝੱਟੀਏ ਅਤੇ ਕੱਟੀਏ ਸ਼ਬਦਾਂ ਵਿੱਚ ਝੱਝਾ ਅਤੇ ਕੱਕਾ ਅੱਖਰਾਂ ਉੱਤੇ ਅਧਿਕ ਬੋਲੇ ਜਾਂਦੇ ਹਨ। ਭਾਵੇਂ ਅਧਿਕ ਦਾ ਚਿੰਨ੍ਹ ਲੱਗਾ ਹੋਇਆ ਨਹੀਂ ਹੈ, ਫਿਰ ਵੀ ਪਾਠ ਕਿਸ ਨੂੰ ਅਧਿਕ ਬੋਲ ਕੇ ਹੀ ਪਾਠ ਕਰਦੇ ਹਨ, ਔਰ ਇਹ ਠੀਕ ਹੈ। ਉਸ ਤਰ੍ਹਾਂ ਇਹਨਾਂ ਦਾ ਉਚਾਰਨ ਠੀਕ ਨਹੀਂ ਬਣੇਗਾ। ਸੋ ਝੱਟੀਏ ਜਾਂ ਕਟੀਏ ਪਾਠ ਨਹੀਂ, ਝੱਟੀਏ ਅਤੇ ਕੱਟੀਏ। ਅਧਿਕ ਦੀ ਵਰਤੋਂ ਅਧਿਕ ਨਾ ਲੱਗਾ ਹੋਣ 'ਤੇ ਵੀ ਕਰਨੀ ਬਣਦੀ ਹੈ, ਕਿਉਂਕਿ ਇਹ ਆਵਾਜ਼ ਅੱਖਰਾਂ ਦੇ ਵਿੱਚ ਸ਼ਾਮਲ ਹੈ। ਜਿਹੜੀ ਆਵਾਜ਼ ਅੱਖਰਾਂ ਵਿੱਚ ਸ਼ਾਮਲ ਹੈ, ਉਹ ਬੋਲਣ ਦਾ ਭਾਗ ਹੀ ਹੈ। ਅਧਿਕ ਦੇ ਉਚਾਰਨ ਤੋਂ ਬਿਨਾਂ ਇਹਨਾਂ ਸ਼ਬਦਾਂ ਦਾ ਉਚਾਰਨ ਰਸਮੀ ਬਣਦਾ ਹੈ। ਸੋ ਜਿਵੇਂ ਅਧਿਕ ਦੀ ਵਰਤੋਂ ਅਧਿਕ ਲੱਗਾ ਨਾ ਹੋਣ 'ਤੇ ਵੀ ਕੀਤੀ ਜਾਂਦੀ ਹੈ, ਸਿਆਣੇ ਪਾਠ ਕਰਦੇ ਹਨ। ਇਵੇਂ ਹੀ ਪੈਰ ਬਿੰਦੀਆਂ ਨਾ ਹੋਣ 'ਤੇ ਵੀ ਇਹ ਯੋਗ ਥਾਵਾਂ 'ਤੇ ਭਾਸ਼ਾ ਅਨੁਸਾਰ ਬੋਲਣੀਆਂ ਬਣਦੀਆਂ ਨੇ, ਕਿਉਂਕਿ ਇਹ ਆਵਾਜ਼ਾਂ ਪੰਜਾਬੀ ਦੀਆਂ ਨਹੀਂ, ਇਹ ਹੋਰ ਭਾਸ਼ਾਵਾਂ ਦੀਆਂ ਆਵਾਜ਼ਾਂ ਹਨ, ਜਿਨ੍ਹਾਂ ਵਿੱਚੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹਨ। ਅਤੇ ਉਹਨਾਂ ਭਾਸ਼ਾਵਾਂ ਨਾਲ ਇਨਸਾਫ ਕਰਨਾ ਹੀ ਬਣਦਾ ਹੈ ਜਦੋਂ ਅਸੀਂ ਉਹਨਾਂ ਭਾਸ਼ਾਵਾਂ ਦੇ ਲਿਖੇ ਹੋਏ ਸ਼ਬਦ ਭਾਸ਼ਾਵਾਂ ਦੇ ਨਿਯਮਾਂ ਅਨੁਸਾਰ ਬੋਲਦੇ ਹਾਂ। ਇਵੇਂ ਹੀ ਵਿਚਾਰਧੀਨ ਬਾਣੀ ਵਿੱਚ ਡਿੱਠੇ ਅਤੇ ਸੱਚੇ ਸ਼ਬਦਾਂ ਵਿੱਚ ਵੀ ਅਧਿਕ ਦੀ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਭਾਵੇਂ ਲੱਗੀ ਹੋਈ ਨਹੀਂ ਹੈ। ਤਾਂ ਇਹਨਾਂ ਪੰਕਤੀਆਂ ਦੇ ਅਰਥ ਸੰਖੇਪ ਤੌਰ 'ਤੇ ਇਸ ਤਰ੍ਹਾਂ ਹਨ। ਸਤਿਗੁਰੂ ਸ਼੍ਰੀ ਗੁਰੂ ਅੰਗਦ ਸਾਹਿਬ ਦੇ ਲਾਏ ਦਰਬਾਰ ਵਿੱਚ ਹਰੀ ਪ੍ਰਭੂ ਦੀ ਕੀਰਤੀ ਹੁੰਦੀ ਹੈ। ਕਿੱਥੇ ਕੀਰਤੀ ਹੁੰਦੀ ਹੈ? ਹੋਵੇ ਸਿਫਤ ਖਸਮ ਦੀ। ਕਿੱਥੇ ਸਿਫਤ ਹੋ ਰਹੀ ਹੈ? ਮਾਲਕ ਦੀ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਲਾਏ ਦਰਬਾਰ ਵਿੱਚ। ਰੂਹਾਨੀ ਦੇਸ਼ਾਂ ਤੋਂ ਰੱਬੀ ਨੂਰ ਝੜ ਰਿਹਾ ਹੈ ਇਸ ਦਰਬਾਰ ਵਿੱਚ।
ਇਸ ਦਾ ਭਾਵ ਸਤਿਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਅੰਮ੍ਰਿਤਮਈ ਰੱਬੀ ਉਪਦੇਸ਼ ਦੀ ਵਰਖਾ ਹੋ ਰਹੀ ਹੈ। ਇਹ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਆਪ ਜੀ ਦਾ ਦੀਦਾਰ ਕੀਤਿਆਂ ਤੁਧ ਡਿੱਠੇ ਸੱਚੇ ਪਾਤਸ਼ਾਹ। ਪਾਤਸ਼ਾਹ ਸ਼ਬਦ ਸੰਬੋਧਨ ਕਾਰਕ ਵਿੱਚ ਹੈ ਵਰਤਿਆ ਗਿਆ, ਇਸ ਕਰਕੇ ਇੱਥੇ ਹਾ ਮੁਕਤਾ ਹੈ। ਸੋ ਆਪ ਜੀ ਦਾ ਦੀਦਾਰ ਕੀਤਿਆਂ ਅਨੇਕਾਂ ਜਨਮਾਂ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ। ਇਸ ਦਰਬਾਰ ਵਿੱਚ ਰਹਿੰਦਿਆਂ ਇਸ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਜੋ ਹਨ ਉਹਨਾਂ ਦੀ ਮੈਲ ਕਿਵੇਂ ਕੱਟੀ ਜਾਂਦੀ ਸੀ, ਸਤਿਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਉਸ ਦਾ ਜ਼ਿਕਰ ਇਹਨਾਂ ਪੰਕਤੀਆਂ ਵਿੱਚ ਸੱਤੇ ਬਲਵੰਡ ਦੀ ਵਾਰ ਵਿੱਚ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।